ਨੈਕਸਟ ਆਰਟ ਆਪਣੇ ਕੋਲੇ ਸਮ ਫਾਰਮਸ ਆਫ ਐਲਰਜੀ। ਐਲਰਜੀ ਦੀਆਂ ਕੁਝ ਆਪਣੇ ਕੋਲੇ ਫਾਰਮਸ ਹੈਗੀਆਂ ਨੇ। ਸਭ ਤੋਂ ਪਹਿਲਾਂ ਆਪਣੇ ਕੋਲੇ ਹੇ ਫੀਵਰ ਹੈ। ਹੇ ਫੀਵਰ ਆਪਾਂ ਨਾਮ ਸੁਣਿਆ ਹੋਇਆ ਹੈਗਾ ਕਿ ਜਦੋਂ ਵੀ ਕੋਈ ਪੋਲਨ ਗ੍ਰੇਨਸ ਹੁੰਦੇ ਜਾਂ ਡਸਟ ਪਾਰਟੀਕਲਸ ਹੈਗੇ ਨੇ, ਉਹ ਕਹਿੰਦਾ ਕਿ ਇਨਹੇਲ ਕਰ ਲੈਂਦੇ ਅਸੀਂ। ਜਦੋਂ ਕਹਿੰਦਾ ਕਿ ਅਸੀਂ ਸਾਹ ਲੈਂਦੇ ਹੈਗੇ ਹਾਂ ਤਾਂ ਉਸ ਦੇ ਦੌਰਾਨ ਜਿਹੜਾ ਆਪਾਂ ਕਹਿੰਦੇ ਇਨਹੇਲੇਸ਼ਨ ਦੇ ਨਾਲ ਜਿਹੜੇ ਉਹ ਕੀ ਆਪਣੇ ਕੋਲੇ ਕੀ ਆ ਅਲਰਜਨ ਏਜੰਟਸ ਹੁੰਦੇ ਹੈਗੇ ਨੇ, ਜਿਹਦੇ ਵਿੱਚ ਪੋਲਨ ਗ੍ਰੇਨ ਹੋ ਸਕਦੇ ਨੇ, ਡਸਟ ਪਾਰਟੀਕਲਸ ਹੋ ਸਕਦੇ ਹੈਗੇ ਨੇ। ਜਦੋਂ ਕਹਿੰਦਾ ਕਿ ਉਹ ਸਾਡੇ ਅੰਦਰ ਜਾਂਦੇ ਨੇ ਨੱਕ ਦੇ ਰਾਹੀਂ, ਤਾਂ ਜਿਹੜੀ ਆਪਣੇ ਕੋਲੇ ਕੀ ਮੈਂਬਰੇਨ ਹੁੰਦੀ ਹੈ ਨੋਜ਼ ਦੀ, ਉਹ ਇਨਫਲੇਮੇਟ ਕਰ ਜਾਂਦੀ ਹੈਗੀ, ਜਿਹਦੇ ਨਾਲ ਕੀ ਹੈਗਾ ਕਿ ਪ੍ਰੋਪਰਲੀ ਜਿਹੜਾ ਆਪਾਂ ਕਹਿੰਦੇ ਹੈਗੇ ਕਿ ਜਿਹੜੇ ਕੀ ਆ ਨੱਕ ਦੀਆਂ ਲਾਈਨਿੰਗਸ ਹੁੰਦੀਆਂ ਨੇ ਥੋੜਾ ਕੀ ਆ ਕੰਪਰੈਸਡ ਕਰ ਜਾਂਦਾ ਹੈਗਾ, ਜਿਹਦੇ ਨਾਲ ਆਪਾਂ ਕਹਿੰਦੇ ਹੈਗੇ ਕਿ ਛਿੱਕਾਂ ਵਗੈਰਾ ਜਿਹੜੀ ਕਿ ਸ਼ੁਰੂ ਹੋ ਜਾਂਦੀਆਂ ਹੈਗੀਆਂ। ਦੂਸਰਾ ਹੈਗਾ ਬੇਟਾ ਆਪਣੇ ਕੋਲ ਅਸਥਮਾ। ਇਹ ਡਿਫਰੈਂਟ ਟਾਈਪ ਦਾ ਹੁੰਦਾ ਹੈਗਾ ਦੂਸਰਿਆਂ ਦੇ ਨਾਲ, ਜਿਹਦੇ ਵਿੱਚ ਆਪਾਂ ਕਹਿੰਦੇ ਹੈਗੇ ਆ ਜਿਹੜਾ ਬ੍ਰੌਂਕਿਊਲ ਹੈ, ਲੰਗਸ ਜਿਹੜੇ ਕਿ ਬ੍ਰੌਂਕਿਊਲਸ ਹੁੰਦੇ ਨੇ, ਉਹਨਾਂ ਦੇ ਆਲੇ ਦੁਆਲੇ ਦੇ ਜਿਹੜੇ ਟਿਸ਼ੂਸ ਹੁੰਦੇ ਹੈਗੇ ਨੇ ਸਰਾਊਂਡਿੰਗ ਦੇ, ਉਹ ਸਵੈਲ ਅਪ ਕਰ ਜਾਂਦੇ ਹੈਗੇ। ਜਦੋਂ ਸਵੈਲ ਕਰਦੇ ਨੇ ਜਿਹੜੇ ਬ੍ਰੌਂਕਿਊਲਸ ਹੁੰਦੇ ਨੇ ਉਹ ਕਹਿੰਦਾ ਕਿ ਕੰਪਰੈਸ ਕਰ ਜਾਂਦੇ। ਕੰਪਰੈਸ ਦਾ ਮਤਲਬ ਕਿ ਦਬ ਜਾਂਦੇ ਹੈਗੇ। ਜਿਸ ਤਰੀਕੇ ਨਾਲ ਆਪਾਂ ਕਿਸੇ ਚੀਜ਼ ਨੂੰ ਦਬਾ ਦਈਏ ਉਹ ਫਲੈਟ ਹੋ ਜਾਂਦੀ ਹੈ। ਜਦੋਂ ਦਬ ਜਾਂਦੇ ਹੈਗੇ ਨੇ ਤਾਂ ਉਹਨਾਂ ਦੇ ਜਿਹੜਾ ਵਿਚਕਾਰ ਜਿਹੜਾ ਆਪਾਂ ਕਹਿੰਦੇ ਹੈਗੇ ਆ ਕਿ ਆ ਜਿਹੜਾ ਲਿਊਮਨ ਹੈ ਉਹ ਕਹਿੰਦਾ ਕਿ ਬਹੁਤ ਜ਼ਿਆਦਾ ਕਿ ਛੋਟਾ ਰਹਿ ਜਾਂਦਾ ਹੈਗਾ, ਜਿਹਦੇ ਨਾਲ ਕਿ ਬਰੀਦਿੰਗ ਦੇ ਵਿੱਚ ਜਿਹੜੀ ਕਿ ਪ੍ਰੋਬਲਮ ਆਉਂਦੀ ਹੈਗੀ। ਔਰ ਇਸ ਦੇ ਦੌਰਾਨ ਕਹਿੰਦਾ ਕਿ ਆ ਜਿਹੜੇ ਆਪਣੇ ਕੋਲ ਬ੍ਰੌਂਕਿਓ ਡਾਇਲੇਟਰਸ ਹੁੰਦੇ ਨੇ, ਜਿਹਦੇ ਵਿੱਚ ਕਿ ਕੁਝ ਕੋਰਟੀਸੋਇਡਸ ਵੀ ਹੋ ਸਕਦੇ ਹੈਗੇ ਨੇ, ਜਾਂ ਜਿਹੜੇ ਆਪਾਂ ਕਹਿੰਦੇ ਡਰਾਈ ਪਾਊਡਰਸ ਵੀ ਹੋ ਸਕਦੇ ਹੈਗੇ ਨੇ। ਉਹਦੇ ਦੌਰਾਨ ਕਹਿੰਦਾ ਕਿ ਇਨਹੇਲ ਕੀਤਾ ਜਾਂਦਾ ਹੈਗਾ, ਜਿਹਦੇ ਨਾਲ ਕੀ ਹੁੰਦਾ ਜਿਹੜੇ ਬ੍ਰੌਂਕਿਊਲਸ ਹੁੰਦੇ ਨੇ ਡਾਇਲੇਟ ਕਰਦੇ ਹੈਗੇ ਨੇ, ਔਰ ਆਸਾਨੀ ਦੇ ਨਾਲ ਜਿਹੜਾ ਆਪਾਂ ਕਹਿੰਦੇ ਕਿ ਬਰੀਦਿੰਗ ਦੇ ਵਿੱਚ ਜਿਹੜੀ ਕਿ ਹੈਲਪ ਮਿਲਦੀ ਹੈਗੀ। ਥਰਡ ਹੈ ਬੇਟਾ ਦੈਟ ਇਜ਼ ਦ ਐਨਾਫਲੈਕਸਿਸ। ਦੈਟ ਇਜ਼ ਦ ਮੋਸਟ ਰਿਐਕਟਿਵ ਸੀਰੀਅਸ ਰਿਐਕਸ਼ਨ ਹੁੰਦੀ ਹੈਗੀ ਆ ਜਿਹੜੀ ਐਨਾਫਲੈਕਸਿਸ ਅਟੈਕ ਹੁੰਦਾ ਹੈਗਾ, ਜਿਸ ਦੇ ਵਿੱਚ ਆਪਾਂ ਕਹਿੰਦੇ ਕਿ ਕੀ ਇਨਵੋਲਵ ਹੁੰਦੇ ਬੋਡੀ ਦੇ ਸਾਰੇ ਟਿਸ਼ੂ, ਜਿੰਨੇ ਵੀ ਟਿਸ਼ੂ ਹੁੰਦੇ ਨੇ ਸਾਰੇ ਦੇ ਸਾਰੇ ਦੇ ਵਿੱਚ ਜਿਹੜੇ ਕਿ ਇਨਵੋਲਵ ਅਪ ਹੋ ਜਾਂਦੇ ਨੇ। ਔਰ ਇਸ ਦੇ ਦੌਰਾਨ ਕਿ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਜਿਹੜੇ ਮਾਸਟ ਸੈੱਲ ਹੁੰਦੇ ਹੈਗੇ ਨੇ ਉਹ ਹਿਸਟਾਮਾਈਨ ਪ੍ਰੋਡਿਊਸ ਅਪ ਕਰਦੇ ਹੈਗੇ। ਜਦੋਂ ਹਿਸਟਾਮਾਈਨ ਪ੍ਰੋਡਿਊਸ ਕਰਦੇ ਹੈਗੇ ਨੇ ਤਾਂ ਉਸ ਦੇ ਦੌਰਾਨ ਕੀ ਹੈ ਕਿ ਜਿੰਨੀਆਂ ਵੀ ਬਲੱਡ ਵੈਸਲਸ ਹੈਗੀਆਂ ਨੇ ਉਹ ਡਾਇਲੇਟ ਕਰ ਜਾਂਦੀਆਂ ਹੈਗੀਆਂ, ਜਿਹਦੇ ਨਾਲ ਕਿ ਬਲੱਡ ਪ੍ਰੈਸ਼ਰ ਇੰਨਾ ਕੁ ਜ਼ਿਆਦਾ ਕਿ ਸਲੋ ਹੋ ਜਾਂਦਾ ਹੈਗਾ, ਜਿਹਦੇ ਨਾਲ ਕਿ ਪਰਸਨ ਜਿਹੜਾ ਕਿ ਅਨਕੌਂਸ਼ੀਅਸ ਵੀ ਹੋ ਸਕਦਾ ਹੈਗਾ, ਜਾਂ ਕੁਛ ਹੀ ਆਪਾਂ ਕਹਿੰਦੇ ਹੈਗੇ ਆ ਕਿ ਮਿੰਟਾਂ ਦੇ ਵਿੱਚ ਉਹਦੀ ਕੀ ਡੈਥ ਵੀ ਹੋ ਸਕਦੀ ਹੈ। ਇਸ ਕਰਕੇ ਸਭ ਤੋਂ ਆਪਾਂ ਕਹਿੰਦੇ ਕਿ ਸੀਰੀਅਸ ਜਿਹੜੀ ਕਿ ਐਲਰਜੀ ਹੁੰਦੀ ਹੈਗੀ, ਇਹ ਆਮ ਤੌਰ 'ਤੇ ਜਿਹੜੀ ਕਿ ਕਦੋਂ ਅਪੀਅਰ ਹੁੰਦੀ ਹੈ ਜਦੋਂ ਕਿ ਪੈਨਸਲਿਨ ਜਿਹੜੀ ਕਿ ਅਪਲਾਈ ਕੀਤੀ ਜਾਂਦੀ ਹੈਗੀ। ਜੋ ਜਿਹੜੀ ਕਿ ਪੈਨਸਲਿਨ ਹੈ ਸਭ ਵਾਸਤੇ ਆਪਾਂ ਕਹਿੰਦੇ ਹੈਗੇ ਆ ਕਿ ਪ੍ਰੋਪਰਲੀ ਜਿਹੜੇ ਆਪਾਂ ਕਹਿੰਦੇ ਕਿ ਕੈਪੇਬਲ ਨਹੀਂ ਹੁੰਦੀ ਉਹਨਾਂ ਦੀ ਬੋਡੀ ਵਾਸਤੇ, ਜਿਹਦੇ ਕਰਕੇ ਸਭ ਤੋਂ ਪਹਿਲਾਂ ਜਿਹੜਾ ਕਿ ਪੈਨਸਲਿਨ ਦੀ ਟੈਸਟਿੰਗ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਆਪਾਂ ਕਹਿੰਦੇ ਹੈਗੇ ਆ ਕਿ ਜਿਹੜੀ ਪਰਸਨ ਨੂੰ ਜਿਹੜੀ ਕੀ ਇੰਜੈਕਟ ਕੀਤੀ ਜਾਂਦੀ ਹੈਗੀ। ਨਹੀਂ ਤਾਂ ਉਹਦੇ ਦੌਰਾਨ ਕੀ ਐਨਾਫਲੈਕਸਿਸ ਜਿਹੜਾ ਆਪਾਂ ਕਹਿੰਦੇ ਅਟੈਕ ਆ ਉਹਦੇ ਚਾਂਸਿਸ ਜਿਹੜੇ ਕਿ ਜ਼ਿਆਦਾ ਵੱਧ ਜਾਂਦੇ ਹੈਗੇ। ਸੈਕਿੰਡ ਹੈ ਬੇਟਾ ਆਪਣੇ ਕੋਲ ਆਟੋ ਇਮਿਊਨਿਟੀ। ਪਹਿਲਾਂ ਹੀ ਮੈਂ ਗੱਲ ਕੀਤੀ ਸੀ ਆਟੋ ਇਮਿਊਨਿਟੀ ਦਾ ਮਤਲਬ ਕੀ ਹੈ ਕਿ ਜਦੋਂ ਕਹਿੰਦਾ ਕਿ ਜਿਹੜਾ ਸਾਡਾ ਇਮਿਊਨ ਸਿਸਟਮ ਆ ਉਹ ਫੇਲ ਹੋ ਜਾਵੇ ਸੈਲਫ ਤੇ ਨਾਨ ਸੈਲਫ ਨੂੰ ਰਿਕੋਗਨਾਈਜ਼ ਕਰਨ ਵਾਸਤੇ, ਉਹਦੀ ਡਿਸਕ੍ਰਿਮੀਨੇਸ਼ਨ ਜਿਹੜੀ ਕਿ ਖਤਮ ਹੋ ਜਾਵੇ ਕਿ ਕਿਹੜੇ ਆਪਣੇ ਸੈੱਲ ਹੈਗੇ ਤੇ ਕਿਹੜੇ ਜਿਹੜੇ ਕਿ ਦੂਸਰੇ ਸੈੱਲ ਹੈਗੇ। ਆਪਣੇ ਹੀ ਸੈੱਲਾਂ ਨੂੰ ਆਪਾਂ ਕਹਿੰਦੇ ਹੈਗੇ ਆ ਕਿ ਐਂਟੀਬਾਡੀਜ਼ ਆਪਣੇ ਹੀ ਸੈੱਲਾਂ ਦੇ ਅਗੇਂਸਟ ਨੇ ਕਿ ਬਣਨੀਆਂ ਸ਼ੁਰੂ ਹੋ ਜਾਣ, ਉਹਨਾਂ ਨੂੰ ਆਪਾਂ ਕਹਿੰਦੇ ਕਿ ਫੈਗੋਸਾਈਡ ਕਰਦੇ ਉਸ ਨੂੰ ਜਿਹੜਾ ਕਿ ਆਟੋ ਇਮਿਊਨ ਕਿਹਾ ਜਾਂਦਾ ਹੈ। ਇਹ ਜਿਹੜੇ ਆਪਾਂ ਕਹਿੰਦੇ ਕੀ ਆ ਮੇਨ ਜਿਹੜੇ ਕਿ ਦੋ ਕਾਜ਼ਸ ਹੁੰਦੇ ਹੈਗੇ। ਸਭ ਤੋਂ ਪਹਿਲਾਂ ਤਾਂ ਕਿ ਜੈਨੇਟਿਕ ਡਿਸਆਰਡਰ। ਜੈਨੇਟਿਕ ਡਿਸਆਰਡਰ ਦਾ ਮਤਲਬ ਕਿ ਮਾਂ-ਬਾਪ ਤੋਂ ਜਿਹੜੀ ਕਿ ਬੱਚਿਆਂ ਤੱਕ ਜਿਹੜੀ ਕਿ ਪਾਸ ਆਨ ਹੋ ਜਾਂਦੀ ਹੈ, ਜਿਹਦੇ ਵਿੱਚ ਮੇਨ ਰੀਜ਼ਨ ਕੀ ਹੁੰਦਾ ਹੈਗਾ ਜਿਹੜੇ ਕਿ ਬੀ ਸੈਲਸ ਹੁੰਦੇ ਨੇ ਜਾਂ ਜਿਹੜੇ ਟੀ ਸੈਲਸ ਨੇ। ਜਿਹੜੇ ਬੀ ਸੈਲਸ ਹੈਗੇ ਨੇ ਉਹ ਕਹਿੰਦਾ ਕੀ ਆ ਜਿਹੜੇ ਬਣਦੇ ਹੀ, ਜਾਂ ਜਿਹੜੇ ਟੀ ਸੈਲਸ ਹੈਗੇ ਨੇ ਉਹ ਕਹਿੰਦਾ ਕਿ ਹੈਲਪਿੰਗ ਜਿਹੜੇ ਕਿ ਟੀ ਸੈਲਸ ਉਹ ਜ਼ਿਆਦਾ ਅਪੀਅਰ ਅਪ ਹੋ ਜਾਂਦੇ ਹੈਗੇ। ਐਨਵਾਇਰਨਮੈਂਟਲ ਫੈਕਟਰ ਜਿਹੜੇ ਹੁੰਦੇ ਹੈਗੇ ਨੇ ਜਿਹਦੇ ਵਿੱਚ ਆਪਾਂ ਕਹਿੰਦੇ ਜ਼ਿਆਦਾ ਜਿਹੜੇ ਕਿ ਟੌਕਸਾਈਡ ਚੀਜ਼ਾਂ ਖਾਣ ਦੇ ਨਾਲ ਕੁਛ ਜਿਹੜੇ ਕਿ ਪਰਸਨ ਉਹਨਾਂ ਜਗ੍ਹਾ ਦੇ ਉੱਪਰ ਰਹਿੰਦੇ ਹੈਗੇ ਨੇ ਜਿੱਥੇ ਜ਼ਿਆਦਾ ਜਿਹੜੇ ਕਿ ਟੌਕਸਿਕ ਮਟੀਰੀਅਲ ਜਿਹੜੇ ਕਿ ਪਾਏ ਜਾਂਦੇ ਹੈਗੇ ਨੇ, ਔਰ ਜ਼ਿਆਦਾ ਜਿਹੜਾ ਆਪਾਂ ਕਹਿੰਦੇ ਹੈਗੇ ਆ ਕਿ ਜ਼ਿਆਦਾ ਮੈਡੀਸਨ ਜਿਹੜੀਆਂ ਕਿ ਲੈਣ ਦੇ ਨਾਲ ਜਿਹੜੀਆਂ ਸਟਰੋਂਗ ਮੈਡੀਸਨਸ ਹੁੰਦੀਆਂ ਨੇ, ਖਾਸ ਕਰ ਜੋ ਆਪਾਂ ਕਹਿੰਦੇ ਜਿਹਨਾਂ ਨੂੰ ਦੇਸੀ ਦਵਾਈਆਂ ਕਹਿ ਸਕਦੇ ਹੈਗੇ, ਉਹਨਾਂ ਨੂੰ ਲਗਾਤਾਰ ਲੈਣ ਦੇ ਨਾਲ ਜਿਹੜੇ ਕਿ ਬੋਡੀ ਦੇ ਵਿੱਚ ਜਿਹੜੇ ਕਿ ਟੀ ਸੈਲਸ ਹੁੰਦੇ ਹੈਗੇ ਨੇ, ਜਿਹੜੇ ਆਪਾਂ ਕਹਿੰਦੇ ਕਿ ਸਪਰੈਸਿੰਗ ਸੈਲਸ ਹੁੰਦੇ ਨੇ ਉਹ ਘਟ ਜਾਂਦੇ ਨੇ, ਤੇ ਹੈਲਪਰ ਟੀ ਸੈਲ ਜਿਹੜੇ ਕਿ ਜ਼ਿਆਦਾ ਸਟਿਮੂਲੇਟ ਕਰਦੇ ਹੈਗੇ ਨੇ ਬੀ ਸੈਲਸ ਨੂੰ ਫॉर द ਪ੍ਰੋਡਕਸ਼ਨ ਆਫ ਦ ਐਂਟੀਬਾਡੀਜ਼। ਦੂਸਰਾ ਵਾਲਾ ਟੀ ਸੈਲਸ ਜਿਹੜੇ ਕਿ ਰਿਲੀਜ਼ ਕਰ ਜਾਂਦੇ ਨੇ ਕਿਹੜੇ ਹੈਲਪਰ ਟੀ ਸੈਲਸ, ਤੇ ਜਿਹੜੇ ਕਿ ਸਪਰੈਸਰ ਟੀ ਸੈਲਸ ਜਿਹੜੇ ਆਪਣੇ ਕੋਲੇ ਹੈਲਪਰ ਟੀ ਸੈਲਸ ਹੈਗੇ ਨੇ ਉਹ ਇਨਕਰੀਜ਼ ਹੋ ਜਾਂਦੇ ਹੈਗੇ ਨੇ,
ਜਿਹੜੇ ਆਪਣੇ ਕੋਲ ਸਪਰੈਸ ਕਰਨਾ ਐਂਟੀਬਾਡੀਜ਼ ਨੂੰ ਘਟਾਉਣਾ ਹੈਗਾ, ਕਿੰਨੀਆਂ ਐਂਟੀਬਾਡੀਜ਼ ਸਫੀਸ਼ੀਐਂਟ ਹੈਗੀਆਂ ਨੇ ਜੋ ਵੀ ਬਾਹਰ ਜਿਹੜੇ ਕਿ ਪੈਥੋਜਨਸ ਵਾਸਤੇ, ਤਾਂ ਉਹਨਾਂ ਦੀ ਜਿਹੜੀ ਆਪਾਂ ਕਹਿੰਦੇ ਹੈਗੇ ਕਿ ਪ੍ਰੋਡਕਸ਼ਨ ਜਿਹੜੀ ਕਿ ਘੱਟ ਹੋ ਜਾਵੇ, ਤਾਂ ਉਸ ਦੇ ਦੌਰਾਨ ਕੀ ਆਟੋ ਇਮਿਊਨ ਡਿਜ਼ੀਜ਼ ਜਿਹੜੀ ਕਿ ਅਪੀਅਰ ਹੁੰਦੀ ਹੈਗੀ। ਨੈਕਸਟ ਹੈ ਬੇਟਾ ਆਪਣੇ ਕੋਲ ਟ੍ਰੀਟਮੈਂਟ। ਤਾਂ ਆਟੋ ਇਮਿਊਨ ਡਿਜ਼ੀਜ਼ ਜਿਹੜੀ ਆਪਾਂ ਕਹਿੰਦੇ ਕਿ ਇੰਨੀ ਕਿਉਰੇਬਲ ਨਹੀਂ ਹੁੰਦੀ ਹੈਗੀ, ਕੁਛ ਹੱਦ ਤੱਕ ਇਹਨੂੰ ਕਿਉਰ ਕੀਤਾ ਜਾ ਸਕਦਾ ਹੈਗਾ, ਲੇਕਿन ज़्यादा लंबे समय तक ਜਿਹੜਾ ਕਿ ਇਸਨੂੰ ਕਿਉਰ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦਾ ਹੈਗਾ ਅਗਰ ਆਪਾਂ ਕਹਿੰਦੇ ਹੈਗੇ ਆ ਕਿ ਹਾਇਰ ਸਟੇਜਿਸ ਦੇ ਵਿੱਚ ਜਿਹੜੀ ਕਿ ਪਾਸ ਆਊਟ ਹੋ ਜਾਵੇ। ਲੇਕਿਨ ਉਹਦੇ ਵਾਸਤੇ ਕੀ ਟ੍ਰੀਟਮੈਂਟ ਦਿੱਤਾ ਜਾਂਦਾ, ਸਭ ਤੋਂ ਪਹਿਲਾਂ ਕੀ ਆ ਇਮਿਊਨੋਸਪਰੈਸੈਂਟ। ਇਮਿਊਨੋਸਪਰੈਸੈਂਟ ਦਾ ਮਤਲਬ ਪਹਿਲਾਂ ਵੀ ਤੁਹਾਨੂੰ ਕਿ ਇਮਿਊਨਿਟੀ ਨੂੰ ਸਪਰੈਸ ਕਰਨਾ, ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਆਪਣੇ ਕੋਲ ਟੀ ਸਪਰੈਸਿੰਗ ਸੈੱਲ ਹੈਗੇ ਨੇ ਉਹ ਘਟ ਜਾਂਦੇ ਹੈਗੇ। ਜਦੋਂ ਘਟ ਜਾਂਦੇ ਹੈਗੇ ਨੇ ਤਾਂ ਉਹਦੇ ਨਾਲ ਕਿਹੜੇ ਕਿ ਬੀ ਸੈਲਸ ਹੈਗੇ ਨੇ ਜ਼ਿਆਦਾ ਆਪਾਂ ਕਹਿੰਦੇ ਹੈਗੇ ਕਿ ਐਂਟੀਬਾਡੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦੇ ਹੈਗੇ। ਉਹਨਾਂ ਐਂਟੀਬਾਡੀਜ਼ ਨੂੰ ਘਟਾਉਣਾ, ਕਿਉਂਕਿ ਐਂਟੀਬਾਡੀਜ਼ ਕੀ ਹੈ ਦੈਟ ਇਜ਼ ਇਮਿਊਨਿਟੀ, ਤਾਂ ਉਸ ਨੂੰ ਕੀ ਸਪਰੈਸ ਕਰਨਾ। ਲੇਕਿਨ ਬੇਟਾ ਕਿ ਇਮਿਊਨੋਸਪਰੈਸੈਂਟ ਜਿਹੜੇ ਆਪਾਂ ਕਹਿੰਦੇ ਹੈਗੇ ਆ ਕੁਛ ਹੱਦ ਤੱਕ ਜਿਹੜੇ ਆਪਾਂ ਕਹਿੰਦੇ ਬਹੁਤ ਜ਼ਿਆਦਾ ਕੀ ਆ ਬੈਡ ਇਫੈਕਟ ਕਾਜ਼ ਕਰਦੇ ਹੈਗੇ। ਉਹਦੇ ਵਿੱਚ ਜ਼ਿਆਦਾ ਚਾਂਸਿਸ ਕੀ ਹੁੰਦੇ ਹੈਗੇ ਨੇ, ਜਦੋਂ ਅਸੀਂ ਇਮਿਊਨਿਟੀ ਨੂੰ ਜ਼ਿਆਦਾ ਘਟਾ ਦਿੰਦੇ ਹੈਗੇ ਆ ਤਾਂ ਸਾਡੀ ਬੋਡੀ ਦੇ ਵਿੱਚੋਂ ਇੱਕ ਜਿਹੜਾ ਕਿ ਡੇਲੀ ਜਿਹੜਾ ਕਿ ਕੈਂਸਰ ਸੈੱਲ ਰਿਲੀਜ਼ ਅਪ ਹੁੰਦਾ ਹੈਗਾ, ਤਾਂ ਕੈਂਸਰ ਸੈੱਲ ਜਿਹੜਾ ਕੀ ਆ ਜਦੋਂ ਜ਼ਿਆਦਾ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦਾ, ਆਪਣੀ ਜਿਹੜੀ ਕਿ ਕਾਰਬਨ ਕਾਪੀਜ਼ ਬਣਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤਾਂ ਉਹਦੇ ਦੌਰਾਨ ਜਿਹੜੀਆਂ ਐਂਟੀਬਾਡੀ ਜਿਹੜੀਆਂ ਕਿ ਨਹੀਂ ਪਰਫਾਰਮ ਕਰ ਪਾਉਂਦੀ ਜਿਹੜੀ ਸਾਡੀ ਬੋਡੀ, ਜਦੋਂ ਉਹਨੂੰ ਕੀ ਇਮਿਊਨੋਸਪਰੈਸੈਂਟ ਦਿੱਤੇ ਜਾਂਦੇ ਹੈਗੇ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਆਟੋ ਇਮਿਊਨ ਡਿਜ਼ੀਜ਼ ਤੋਂ ਤਾਂ ਬਚਾਇਆ ਜਾ ਸਕਦਾ, ਲੇਕਿਨ ਕੈਂਸਰ ਦੇ ਜਿਹੜੇ ਚਾਂਸਿਸ ਆ ਜ਼ਿਆਦਾ ਵੱਧ ਜਾਂਦੇ ਹੈਗੇ। ਸੈਕਿੰਡ ਹੁੰਦਾ ਬੇਟਾ ਪਲਾਜ਼ਮੋਫਰੈਸਿਸ। ਹੁਣ ਆਪਾਂ ਪਹਿਲਾਂ ਹੀ ਗੱਲ ਕੀਤੀ ਹੈਗੀ ਹੈ ਕਿ ਬੀ ਸੈੱਲ ਨੂੰ ਜਿਹੜਾ ਆਪਾਂ ਕਿਵੇਂ ਘਟਾਉਣਾ ਹੈ, ਬੀ ਸੈੱਲ ਦੀ ਜਿਹੜੀ ਕਿ ਪਾਵਰ ਉਸ ਨੂੰ ਘਟਾਉਣਾ ਹੈਗਾ ਕਿ ਉਹਦੀਆਂ ਐਂਟੀਬਾਡੀ ਜਿਹੜੀਆਂ ਕਿ ਪਰਫਾਰਮ ਅਪ ਨਾ ਕਰ ਸਕੇ। ਤੇ ਇਸ ਦੇ ਦੌਰਾਨ ਕੀ ਪਰਸਨ ਦੇ ਵਿੱਚੋਂ ਨਾ ਕਿ ਬਲੱਡ ਲਿਆ ਜਾਂਦਾ ਹੈਗਾ, ਉਹਨੂੰ ਸੈਂਟਰੀਫਿਊਜ ਕੀਤਾ ਜਾਂਦਾ ਹੈਗਾ ਔਰ ਉਹਦਾ ਪਲਾਜ਼ਮਾ ਪਾਰਟ ਜਿਹੜਾ ਕਿ ਬਾਹਰ ਕੱਢ ਲਿਆ ਜਾਂਦਾ, ਜਿਹਦੇ ਵਿੱਚ ਆਪਾਂ ਕਹਿੰਦੇ ਹੈਗੇ ਕਿ ਬੀ ਸੈੱਲ ਪਾਏ ਜਾਂਦੇ ਹੈਗੇ। ਤਾਂ ਉਹਦੇ ਵਿੱਚ ਆਪਾਂ ਕਹਿੰਦੇ ਕਿ ਬੀ ਸੈਲਸ ਹੈਗੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਕਿ ਘਟਾ ਦਿੱਤਾ ਜਾਂਦਾ ਹੈਗਾ, ਜਿਹੜੇ ਜ਼ਿਆਦਾ ਆਪਾਂ ਕਹਿੰਦੇ ਹੈਗੇ ਆ ਕਿ ਐਂਟੀਬਾਡੀਜ਼ ਪ੍ਰੋਡਿਊਸ ਅਪ ਕਰਦੇ ਹੈਗੇ, ਉਹਨਾਂ ਨੂੰ ਕੀ ਰਿਮੂਵ ਕਰਕੇ ਪਲਾਜ਼ਮਾ ਫਿਰ ਦੁਬਾਰਾ ਆਪਾਂ ਕਹਿੰਦੇ ਕਿ ਉਹਨਾਂ ਦੀ ਬੋਡੀ ਦੇ ਅੰਦਰ ਜਿਹੜਾ ਕਿ ਪਾਸ ਔਨ ਕਰ ਦਿੱਤਾ ਜਾਂਦਾ ਹੈਗਾ। ਉਸ ਪ੍ਰੋਸੈਸ ਨੂੰ ਕਿ ਪਲਾਜ਼ਮੋਫਰੈਸਿਸ ਕਹਿੰਦੇ ਹੈਗੇ। ਸੈਕਿੰਡ ਹੈ ਬੇਟਾ ਟੀ ਸੈੱਲ ਵੈਕਸੀਨੇਸ਼ਨ। ਟੀ ਸੈੱਲ ਵੈਕਸੀਨੇਸ਼ਨ ਕਿਹਦੀ ਜਿਹੜੀ ਹੈਗੀ ਸਪਰੈਸਰ ਦੀ, ਸਪਰੈਸਰ ਟੀ ਸੈੱਲ ਜਿਹੜਾ ਕਿ ਵੈਕਸੀਨੇਟ ਕੀਤਾ ਜਾਵੇ, ਜਿਹੜੇ ਆਪਾਂ ਕਹਿੰਦੇ ਹੈਗੇ ਕਿ ਐਂਟੀਬਾਡੀਜ਼ ਨੂੰ ਕਿ ਸਪਰੈਸ ਕਰਦੇ ਹੈਗੇ। ਚੌਥਾ ਬੇਟਾ ਮੋਨੋਕਲੋਨਲ ਐਂਟੀਬਾਡੀਜ਼। ਤਾਂ ਮੋਨੋਕਲੋਨਲ ਐਂਟੀਬਾਡੀਜ਼ ਪ੍ਰੋਵਾਈਡ ਕਰਨੀਆਂ, ਜਿਹਦੇ ਨਾਲ ਆਪਾਂ ਕਹਿੰਦੇ ਹੈਗੇ ਆ ਕਿ ਐਂਟੀਬਾਡੀਜ਼ ਉਸ ਨੂੰ ਜਿਹੜਾ ਕਿ ਕੁਛ ਹੱਦ ਤੱਕ ਜਿਹੜਾ ਕਿ ਘਟਾਇਆ ਜਾ ਸਕਦਾ ਹੈ। ਫਿਫਥ ਬੇਟਾ ਸਟੈਮ ਸੈੱਲ। ਸਟੈਮ ਸੈੱਲ ਦਾ ਮਤਲਬ ਕੀ ਹੁੰਦਾ ਹੈਗਾ, ਜਿਹੜੇ ਆਪਾਂ ਕਹਿੰਦੇ ਹੈਗੇ ਆ ਕਿ ਬਰਥ ਦੇ ਦੌਰਾਨ ਜੋ ਆਪਾਂ ਕਹਿੰਦੇ ਉਹ ਸੈੱਲ ਜਿਹੜੇ ਆਪਣੀ ਤਰ੍ਹਾਂ ਦੇ ਜਿਹੜੇ ਸੈੱਲ ਪ੍ਰੋਡਿਊਸ ਆਪ ਨਹੀਂ ਕਰ ਸਕਦੇ, ਲੇਕਿਨ ਬੋਡੀ ਦੇ ਵਿੱਚ ਨੰਬਰ ਆਫ ਜਿਹੜੇ ਕਿ ਸੈੱਲ ਪਰਫਾਰਮ ਅਪ ਕਰਦੇ ਨੇ, ਜਿਹਦੇ ਵਿੱਚ ਅਸੀਂ ਕਹਿ ਸਕਦੇ ਹੈਗੇ ਜਿਹੜੀਆਂ ਇਮਿਊਨਿਟੀ ਪ੍ਰੋਵਾਈਡ ਕਰਨ ਵਿੱਚ ਹੈਲਪ ਪਲੇ ਕਰਦੇ ਹੈਗੇ। ਜਦੋਂ ਆਪਾਂ ਕਹਿੰਦੇ ਕਿ ਸਟੈਮ ਸੈੱਲ ਕਿਸੇ ਵੀ ਕੀ ਬਾਇਓਲੋਜੀਕਲ ਪਰਸਨ ਦਾ ਲਿਆ ਜਾਂਦਾ ਹੈਗਾ, ਜਿਹੜਾ ਆਪਾਂ ਕਹਿੰਦੇ ਕਿ ਕੋਈ ਸਿਬਲਿੰਗ ਹੋ ਸਕਦੇ ਹੈਗੇ ਨੇ, ਜਾਂ ਆਪਾਂ ਕਹਿੰਦੇ ਫੈਮਿਲੀ ਮੈਂਬਰ ਦੇ ਵਿੱਚੋਂ ਕਿਸੇ ਦਾ ਜਿਹੜਾ ਕਿ ਸਟੈਮ ਸੈੱਲ ਜਿਹੜਾ ਕਿ ਲਿਆ ਜਾ ਸਕਦਾ ਹੈਗਾ, ਜਿਹੜਾ ਕਹਿੰਦਾ ਕਿ ਆਟੋ ਇਮਿਊਨ ਡਿਜ਼ੀਜ਼ਸ ਨੂੰ ਕੁਝ ਹੱਦ ਤੱਕ ਜਿਹੜਾ ਕਿ ਕੰਟਰੋਲ ਕਰ ਸਕਦਾ ਹੈ। ਨੈਕਸਟ ਬੇਟਾ ਆਪਣੇ ਕੋਲ ਕੁਝ ਕੀ ਆਟੋ ਇਮਿਊਨ ਡਿਜ਼ੀਜ਼ਸ ਦਿੱਤੀਆਂ ਹੋਈਆਂ ਨੇ, ਕਿਹੜੇ ਆਰਗਨਸ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਕਿ ਇਫੈਕਟ ਕਾਜ਼ ਕਰਦੀਆਂ ਹੈਗੀਆਂ ਨੇ, ਤੇ ਕਿਹੜੇ ਸਿੰਪਟਮ ਜਿਹੜੇ ਕਿ ਅਪੀਅਰ ਅਪ ਕਰਦੀਆਂ ਹੈਗੀਆਂ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਐਡੀਸਨ ਡਿਜ਼ੀਜ਼, ਜਿਹੜੀ ਆਪਾਂ ਕਹਿੰਦੇ ਐਡਰੀਨਲ ਕਾਰਟੈਕਸ, ਕਿਡਨੀ ਦੇ ਉੱਪਰ ਜਿਹੜਾ ਆਪਾਂ ਕਹਿੰਦੇ ਹੈਗੇ ਐਡਰੀਨਲ ਜਿਹੜਾ ਗਲੈਂਡ ਹੁੰਦਾ ਹੈਗਾ, ਉਹ ਜਗ੍ਹਾ ਦੇ ਵਿੱਚ ਕੀ ਅੰਡਰ ਸੈਕ੍ਰੀਸ਼ਨ ਹੋ ਜਾਂਦੀ ਹਾਰਮੋਨਸ, ਜ਼ਿਆਦਾ ਜਿਹੜਾ ਆਪਾਂ ਕਹਿੰਦੇ ਕਿ ਪ੍ਰੋਡਿਊਸ ਨਹੀਂ ਕਰ ਪਾਉਂਦੇ ਹੈਗੇ, ਆਪਣੇ ਜਿਹੜੀ ਕਿ ਡੈਫੀਸ਼ੈਂਟ ਹੋ ਜਾਂਦੀ ਹੈ ਹਾਰਮੋਨਸ, ਜਿਹਦੇ ਨਾਲ ਕਿ ਡਿਜ਼ੀਜ਼ ਅਪੀਅਰ ਅਪ ਹੁੰਦੀ ਹੈ, ਜਿਹਦੇ ਨਾਲ ਨੌਜ਼ੀਆ ਹੁੰਦਾ, ਘਬਰਾਹਟ ਹੁੰਦੀ ਹੈ, वेट लॉस हो जाता है और बॉडी के उपर की होंगे है स्किन के उपर की डार्क कलर के जोड़े पिगमेंट अपीयर अप हो जाते हैं। सैकेंड बेटा डायबिटीज मेलिटस प्लस 1 भी तुसीं कीता सीगा, जी आप कहने कि बीटा सैल पैंक्रीअस के बीटा सैल होंगे है जोड़े कि इंसूलिन जोड़ा कि परफॉर्म अप करते हैं। जो इंसूलिन की डेफिशिएंसी होंगी है तो साढ़े जोड़ा कि ब्लड के शुगर की जी कॉन्सनट्रेशन जोड़ा कि इनक्रीज हो जाती है, जिदे करके जो किडनी के ब्लड में प्योरीफाई करती है तो ज़्यादा अमाउंट के जी शुगर है यूरिन के राही बॉडी के जी बाहर रिलीज़ कर देती है, जिदे करके कि परसन बहुत ज़्यादा कि वीक महसूस करता और नाल की होंगे है जी की बाउंड हीलिंग पावर होंगी है वो जी कि खत्म हो जाती है।
थर्ड है डिजीज बेटा अपने को ग्रेव्स डिजीज जी आप कहने कि थायराइड ऑर्गन के उपर जी इफेक्ट करती हैगी जिहदे विच कि हाई मैटाबॉलिक रेट जिहड़ा कि अभिव्यक्त हो जाता है ये भी अपने को क्या अंडर सिक्रीशन ऑफ जी कि हारमोन्स होंगे जी थायराइड द्वारा सिक्रीट होंगे है। नैक्सट है बेटा अपने को क्या हीमोलिटिक अनीमिया का मतलब कि खून की कमी जी आप कहने कि किहड़े ऑर्गन के उपर इफेक्ट कॉज करती है RBC के उपर जिहदे नाल कि RBC ज़्यादा डिस्ट्रक्ट होंदा ज़्यादा टुटते हैं। आप गल करते हैं कि साडी बॉडी में रोज़ नवे सैल टुटते हैं तो रोज़ नवे सैल जिहड़े कि बनते हैं जिवें जिवें एजिंग आउंदी है तो उस दौरान कि सैल टुटते ज़्यादा ने लेकिन बनते घट ने। सेम यही कंडीशन जी अपने को अनीमिया के आउंदी है कि RBC की जी डिस्ट्रक्शन ज़्यादा होती है ज़्यादा टुटने शुरू हो जाते हैं जिहदे करके कहना कि बॉडी के आप कहने ब्लड के RBC की जी आप कहने कि कॉन्सनट्रेशन जी अकाउंट है वो कहना कि घट जाता है जिस नाल जिहड़ा कि डिजीज़ होंदी है जिन्होंने असीं की कहने हीमोलिटिक अनीमिया कहते हैं। दूसरा है बेटा अपने को परनीशियस अनीमिया जिन्होंने थोड़ा ज़्यादा खतरनाक जिहड़ा आपां कहने अनीमिया कहा जा सकता है जिहड़ा किहदे द्वारा कि पीरअप होंदा है आपां प्लस 1 दे विच पढ़िया सीगा कि स्टमक जिहड़ा कि एक अपने को फैक्टर जिहड़ा कि सिक्रीट करता है जिन्होंने असीं इंट्रिंसिक फैक्टर कहते हैं जिहड़ा फैक्टर की करता है B12 की वाइटामिन B12 की एब्जॉर्शन रोल प्ले करता है वो वाइटामिन B12 की करता है RBC की प्रोडक्शन के रोल प्ले करता है। लेकिन जो इंट्रिंसिक फैक्टर की सिक्रीशन घट जाती हैगी जो अपने को स्टमक के लो हो जाता है तो वो की होंदा कि जी अपने को B12 वो एब्जॉर्शन नहीं होंदी तो उन्नी अमाउंट के जोड़े कि RBC जोड़े कि प्रोड्यूस अप नहीं हो पाते हैं जिहदे नाल आपां कहने कि ब्लड की जी कमी हो जाती हैगी जिन्हों कि परनीशियस अनीमिया कहा जाता है। नैक्सट है बेटा अपने को रूमैटिक फैक्टर जो आप कहने कि हार्ट के वैल्व के उपर इफेक्ट करता है जिहदे नाल कि हार्ट के जोड़े कि वैल्व है वो डिस्टॉर्ट भी कर सकते हैं इन्फेक्टेड भी हो सकते हैं क्यों क्योंकि किहदे द्वारा होंदा स्ट्रेप्टोकोकस बैक्टीरिया द्वारा होंदा जो ब्लड के राह जिहड़ा कि बैक्टीरिया हार्ट तक पास ऑन करता है तो जिन्ने भी आप कहने न्यूट्रल वैल्स होंगे है या बाइकैस्पिड ट्राइकैस्पिड वैल्स होंगे है उन्होंने उपर अटैक करता है उन्होंने कि डिस्टॉर्ट करता है जिहदे नाल आप कहने कि हार्ट के वैल्व्स जिहड़े कि खराब हो जाते हैं और हार्ट जिहड़ा कि प्रॉपर जिहड़ा कि फंक्शन परफॉर्म अप नहीं करता है। लास्ट है बेटा अपने को रूमैटिक अर्थराइटिस का नाम तुसीं सुनिया गठिया का नाम सुनिया है ये थोड़ी जी उस तो मेजर होंगी है दैट इज़ द रूमैटिक अर्थराइटिस जी किहदे उपर अटैक करती है जॉइंट्स के उपर तो किहदे द्वारा होंगी है इन्फ्लामेशन ऑफ द सिनोवियल मैम्ब्रेन तुसीं नाम सुनिया होगा ग्रीस का तो साडे जिहड़े आपां कहने नीज होंदे हैगे ने उन्हां दे विच की सिनोवियल मैम्ब्रेन होंदी है जिथे आपां कहने सिनोवियल फ्लूइड जिहड़ा कि सिक्रीट होंदा जिहनूं असीं कि पंजाबी विच ग्रीस कहने ग्रीस की सिक्रीशन होंदी है। लेकिन जदों कि सिनोवियल फ्लूइड ज़्यादा अमाउंट के सिक्रीट होना शुरू हो जाता है तो उस दे नाल की होंदा है कि सिनोवियल मैम्ब्रेन इन्फ्लामेट कर जाती है स्वैल अप कर जाती है जिहदे नाल कि टिश्यू अपीयरअप होंदा है जो उहदे विच कार्टिलेज होंदी है सॉफ्ट बोन्स होंदियां ने उन्हां दे उपर की कवर कर दिंदा है जिहदे नाल कि कार्टिलेज जिहड़े कि दोनों की प्रॉपरली स्पेस नहीं मिलती हैगी जिहड़ा आपां कहने मूव करने वास्ते जो असीं गोडे नूं मोड़दे हां तो उसनूं मूव करने वास्ते प्रॉपरली स्पेस नहीं मिलती जिहदे करके दोनों की एक दूसरे नाल के टकराउणियां शुरू हो जाती हैं जिस दे नाल की होंदा है कि जिहड़े कार्टिलेज है हौली हौली है आपां कहने कि भुरने शुरू हो जाते हैं जिहदे नाल की कि पर्सन पहला तो थोड़ा जिहा आपां कहने कि मूव करन दे विच जिहड़ी कि प्रॉब्लम आउंदी है लेकिन जो कार्टिलेज जिहड़े आपां कहने कि खत्म होने शुरू हो जाते हैं तो उस दे दौरान कि पर्सन बिल्कुल ही आपां कि मूव नहीं कर सकता।